ਹੈਲੋ एवरीवन। ਅੱਜ ਅਸੀਂ ਜਿਹੜਾ ਟੌਪਿਕ ਕਵਰ ਕਰਨ ਜਾ ਰਹੇ ਹਾਂ ਬਿਜ਼ਨਸ ਸਟੱਡੀ ਕਲਾਸ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਉਹ ਹੈ ਜੀ ਫੀਚਰਸ ਜਾਂ ਫਿਰ ਕਰੈਕਟਰਿਸਟਿਕਸ ਆਫ ਮੈਨੇਜਮੈਂਟ। ਹੁਣ ਕਈ ਵਾਰੀ ਕੁਐਸਚਨ ਦੇ ਵਿੱਚ ਆ ਜਾਂਦਾ ਹੈ ਕਿ ਮੈਨੇਜਮੈਂਟ ਦੇ ਫੀਚਰਸ ਲਿਖੋ, ਜਾਂ ਕਈ ਵਾਰੀ ਕੁਐਸਚਨ ਬਣ ਕੇ ਆ ਜਾਂਦਾ ਹੈ ਕਿ ਕਰੈਕਟਰਿਸਟਿਕਸ ਲਿਖੋ, ਜਾਂ ਕਈ ਵਾਰੀ ਉਸ ਚੀਜ਼ ਨੂੰ ਨੇਚਰ ਵੀ ਕਿਹਾ ਜਾਂਦਾ ਹੈ, ਨੇਚਰ ਆਫ ਮੈਨੇਜਮੈਂਟ ਲਿਖੋ। ਸੋ ਕਈ ਤਰ੍ਹਾਂ ਦੇ ਨਾਲ ਇਹ ਕੁਐਸਚਨ ਜਿਹੜਾ ਹੈ ਇਹ ਬੋਰਡ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਸ ਕਰਕੇ ਧਿਆਨ ਰੱਖਣਾ ਕਿ ਜਦੋਂ ਫੀਚਰਸ ਕਰੈਕਟਰਿਸਟਿਕਸ ਜਾਂ ਨੇਚਰ ਵਗੈਰਾ ਜਦੋਂ ਪੁੱਛਿਆ ਜਾਂਦਾ ਤਾਂ ਤੁਸੀਂ ਇਹੀ ਚੀਜ਼ਾਂ ਮੈਂਸ਼ਨ ਕਰਨੀਆਂ ਜਿਹੜੀਆਂ ਮੈਂ ਤੁਹਾਨੂੰ ਪੜ੍ਹਾਉਣ ਜਾ ਰਿਹਾ ਹੁਣ। ਇਸ ਤੋਂ ਪਹਿਲਾਂ ਆਪਾਂ ਜਿਹੜੇ ਟੌਪਿਕ ਕਵਰ ਕੀਤੇ ਉਹ ਕਵਰ ਕੀਤੇ ਆ ਜੀ। ਆਪਾਂ ਟ੍ਰੈਡੀਸ਼ਨਲ ਕੰਸੈਪਟ ਕੀਤਾ ਮੈਨੇਜਮੈਂਟ ਦਾ, ਉਹਦੇ ਬਾਅਦ ਮਾਡਰਨ ਕੰਸੈਪਟ ਕੀਤਾ ਮੈਨੇਜਮੈਂਟ ਦਾ, ਉਹਦੇ ਬਾਅਦ ਕੁਝ ਹੋਰ ਕੰਸੈਪਟ ਸੀਗੇ ਜਿਹੜੇ ਛੋਟੇ ਛੋਟੇ, ਜਿਵੇਂ ਮੈਨੇਜਮੈਂਟ ਨੂੰ ਜੇਕਰ ਆਪਾਂ ਐਜ਼ ਐਨ ਐਕਟੀਵਿਟੀ ਕੀ ਕਵਾਂਗੇ, ਐਜ਼ ਏ ਨਾਊਨ, ਐਜ਼ ਏ ਗਰੁੱਪ, ਐਜ਼ ਏ ਗਰੁੱਪ ਐਕਟੀਵਿਟੀ, ਬਹੁਤ ਸਾਰੀਆਂ ਜਿਹੜੀਆਂ ਕੰਸੈਪਟ ਜਿਹੜੇ ਆਪਾਂ ਉਹਦੇ ਵਿੱਚ ਪੜ੍ਹੇ ਐਜ਼ ਏ ਪ੍ਰੋਸੈਸ। ਸੋ ਹੁਣ ਜਿਹੜੇ ਟੌਪਿਕ ਜਿਹੜਾ ਕਵਰ ਕਰਨ ਜਾ ਰਹੇ ਹਾਂ ਫੀਚਰਸ ਜਾਂ ਕਰੈਕਟਰਿਸਟਿਕਸ ਆਫ ਮੈਨੇਜਮੈਂਟ। ਸਭ ਤੋਂ ਪਹਿਲਾ ਫੀਚਰ ਮੈਨੇਜਮੈਂਟ ਦਾ ਕੀ ਹੈ ਜੀ? ਮੈਨੇਜਮੈਂਟ ਐਨ ਆਬਜੈਕਟਿਵ ਓਰੀਐਂਟਿਡ ਪ੍ਰੋਸੈਸ, ਯਾਨੀ ਮੈਨੇਜਮੈਂਟ ਇੱਕ ਆਬਜੈਕਟਿਵ ਓਰੀਐਂਟਿਡ ਪ੍ਰੋਸੈਸ ਹੈ ਜਿਹਦੇ ਵਿੱਚ ਯਾਨੀ ਮੈਨੇਜਮੈਂਟ ਤਾਂ ਹੀ ਕੀਤੀ ਜਾਂਦੀ ਹੈ ਜਿਹਦਾ ਕੋਈ ਆਬਜੈਕਟਿਵ ਹੋਵੇ, ਟਾਰਗੇਟ ਹੋਵੇ, ਗੋਲ ਹੋਵੇ। ਸੋ ਵਿਦਾਊਟ ਆਬਜੈਕਟਿਵ ਤੋਂ ਬਗੈਰ ਮੈਨੇਜਮੈਂਟ ਜਿਹੜੀ ਹੈ ਉਹ ਕਿਸੇ ਵੀ ਕੰਮ ਦੀ ਨਹੀਂ ਆ। ਯਾਨੀ ਮੈਨੇਜਮੈਂਟ ਦਾ ਇੱਕ ਆਬਜੈਕਟਿਵ ਹੋਣਾ ਚਾਹੀਦਾ ਜਿਹਦੇ ਵਾਸਤੇ ਆਪਾਂ ਪੂਰੇ ਬਿਜ਼ਨਸ ਨੂੰ ਮੈਨੇਜ ਕਰਨਾ ਆ। ਉਹਦਾ ਇੱਕ ਅਲਟੀਮੇਟ ਇਹ ਕਹਿ ਸਕਦੇ ਆਪਾਂ ਵੀ ਉਹਦਾ ਇੱਕ ਟਾਰਗੇਟ ਹੋਣਾ ਚਾਹੀਦਾ ਹੈ, ਗੋਲ ਹੋਣਾ ਚਾਹੀਦਾ ਹੈ। ਇਸ ਕਰਕੇ ਮੈਨੇਜਮੈਂਟ ਹਮੇਸ਼ਾ ਆਬਜੈਕਟਿਵ ਓਰੀਐਂਟਿਡ ਹੀ ਹੁੰਦੀ ਹੈ। ਸੈਕੰਡ ਜਿਹੜਾ ਫੀਚਰ ਆਪਾਂ ਲੈਣ ਜਾ ਰਹੇ ਹਾਂ ਉਹ ਹੈ ਜੀ ਮੈਨੇਜਮੈਂਟ ਇਜ਼ ਯੂਨੀਵਰਸਲ। ਮੈਨੇਜਮੈਂਟ ਇਜ਼ ਯੂਨੀਵਰਸਲ ਦਾ ਮਤਲਬ ਆ ਜਿਹੜੀ ਹਰ ਥਾਂ 'ਤੇ ਲੋੜ ਪੈਂਦੀ ਆ। ਕਹਿਣ ਦਾ ਮਤਲਬ ਮੈਨੇਜਮੈਂਟ ਅਸੀਂ ਹਰ ਜਗ੍ਹਾ 'ਤੇ ਇਸਤੇਮਾਲ ਕਰਦੇ ਹਾਂ। ਮੈਨੇਜਮੈਂਟ ਉਹਨਾਂ ਆਰਗੇਨਾਈਜੇਸ਼ਨ ਦੇ ਵਿੱਚ ਵੀ ਵਰਤੀ ਜਾਂਦੀ ਹੈ ਜਿੱਥੇ ਕਿਸੇ ਆਰਗੇਨਾਈਜੇਸ਼ਨ ਦਾ ਮੋਟਿਵ ਪ੍ਰੋਫਿਟ ਕਮਾਉਣਾ ਹੈ, ਅਤੇ ਮੈਨੇਜਮੈਂਟ ਉਹਨਾਂ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਜਿੱਥੇ ਉਹਨਾਂ ਦਾ ਮੋਟਿਵ ਪ੍ਰੋਫਿਟ ਕਮਾਉਣਾ ਨਹੀਂ ਜਦਕਿ ਸਰਵਿਸ ਦੇਣਾ ਹੈ, ਜਿਵੇਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੇ ਆ। ਸਕੂਲਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਕਾਲਜਿਸ ਵਗੈਰਾ ਦੇ ਵਿੱਚ ਹਰ ਥਾਂ 'ਤੇ ਤੁਹਾਨੂੰ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ। ਇੱਥੋਂ ਤੱਕ ਕਿ ਜੇਕਰ ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਵੀ ਕਿਹਾ ਸੀਗਾ, ਜਦੋਂ ਅਸੀਂ ਕੋਈ ਫੰਕਸ਼ਨ ਵੀ ਰੱਖਦੇ ਹਾਂ, ਈਵਨ ਆਪਣੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਉਸ ਫੰਕਸ਼ਨ ਨੂੰ ਵੀ ਮੈਨੇਜ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਪੈਂਦੀਆਂ। ਇਸ ਕਰਕੇ ਉਹ ਵੀ ਇੱਕ ਤਰ੍ਹਾਂ ਦੀ ਮੈਨੇਜਮੈਂਟ ਹੀ ਹੈ। ਇਸ ਕਰਕੇ ਮੈਨੇਜਮੈਂਟ ਆਪਾਂ ਹਰ ਜਗ੍ਹਾ 'ਤੇ ਯੂਜ਼ ਕਰਦੇ ਹਾਂ, ਇਸ ਕਰਕੇ ਯੂਨੀਵਰਸਲ ਆ, ਜਿਹੜੀ ਹਰ ਜਗ੍ਹਾ 'ਤੇ ਯੂਜ਼ ਹੋਵੇ। ਮੈਨੇਜਮੈਂਟ ਆ ਕੰਟੀਨਿਊਸ ਪ੍ਰੋਸੈਸ। ਤੀਸਰਾ ਫੀਚਰ ਇਹਦਾ, ਮੈਨੇਜਮੈਂਟ ਇੱਕ ਕੰਟੀਨਿਊਸ ਪ੍ਰੋਸੈਸ ਹੈ। ਮੈਨੇਜਮੈਂਟ ਕਦੀ ਵੀ ਖ਼ਤਮ ਨਹੀਂ ਹੁੰਦੀ, ਕਿਉਂਕਿ ਜੇਕਰ ਆਪਾਂ ਫੰਕਸ਼ਨਸ ਦੀ ਗੱਲ ਕਰੀਏ, ਕਿਉਂਕਿ ਇਹਦੇ ਲਗਾਤਾਰ ਫੰਕਸ਼ਨਸ ਪਰਫਾਰਮ ਕਰਨੇ ਪੈਂਦੇ ਆ। ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ ਅਤੇ ਕੋਆਰਡੀਨੇਸ਼ਨ, ਇਹ 6 ਫੰਕਸ਼ਨ ਜਿਹਨੂੰ ਫੰਕਸ਼ਨਸ ਆਫ ਮੈਨੇਜਮੈਂਟ ਕਿਹਾ ਜਾਂਦਾ। ਇਹਦੇ ਬਾਰੇ ਆਉਣ ਵਾਲੇ ਚੈਪਟਰਾਂ ਦੇ ਵਿੱਚ ਤੁਸੀਂ ਪੂਰਾ ਚੈਪਟਰ ਵੀ ਪੜ੍ਹੋਗੇ। ਸੋ ਜਦੋਂ ਆਪਾਂ ਫੰਕਸ਼ਨਸ ਦੀ ਗੱਲ ਕਰਦੇ ਹਾਂ, ਤੁਹਾਨੂੰ ਇਹ ਫੰਕਸ਼ਨਸ ਜਿਹੜੇ ਆ ਇਹ ਲਗਾਤਾਰ ਪਰਫਾਰਮ ਕਰਨੇ ਪੈਂਦੇ ਆ, ਕੰਟੀਨਿਊਸਲੀ ਪਰਫਾਰਮ ਕਰਨੇ ਪੈਂਦੇ ਆ। ਇਸ ਕਰਕੇ ਇਹ ਇੱਕ ਨੈਵਰ ਐਂਡਿੰਗ ਪ੍ਰੋਸੈਸ ਹੈ, ਨੈਵਰ ਐਂਡਿੰਗ ਪ੍ਰੋਸੈਸ ਜਿਹੜਾ ਕਦੀ ਖ਼ਤਮ ਨਹੀਂ ਹੁੰਦਾ। ਚੌਥਾ ਫੀਚਰ ਹੈ ਜੀ ਮੈਨੇਜਮੈਂਟ ਇਜ਼ ਏ ਗਰੁੱਪ ਐਕਟੀਵਿਟੀ। ਇਹਦੇ ਬਾਰੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਕੱਲ੍ਹ ਵੀ ਡਿਸਕਸ ਕੀਤਾ ਸੀ ਇਹਦੇ ਬਾਰੇ ਕਿ ਮੈਨੇਜਮੈਂਟ ਇੱਕ ਗਰੁੱਪ ਐਕਟੀਵਿਟੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਗੋਲ ਨੂੰ ਅਚੀਵ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਪੂਰੀ ਟੀਮ ਹੁੰਦੀ ਆ। ਯਾਨੀ ਸਿਰਫ ਇੱਕ ਮੈਨੇਜਮੈਂਟ ਜਿਹੜੀ ਆ ਉਹ ਗੋਲ ਅਚੀਵ ਨਹੀਂ ਕਰਦੀ, ਇੱਕ ਪੂਰੀ ਟੀਮ ਗੋਲ ਅਚੀਵ ਕਰਦੀ ਹੈ। ਇਸ ਕਰਕੇ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਪਰਸਨ ਜਿਹੜੇ ਉਹਨਾਂ ਦਾ ਗਰੁੱਪ ਹੁੰਦਾ, ਉਹਨਾਂ ਦਾ ਟੀਮ ਹੁੰਦੀ ਹੈ ਜਿਹੜੀ ਕਿ ਤੁਹਾਡੇ ਗੋਲ ਨੂੰ ਅਚੀਵ ਕਰਨ ਵਾਸਤੇ ਕੰਮ ਕਰਦੀ ਹੈ ਪੂਰੀ ਕੋਆਪਰੇਸ਼ਨ ਦੇ ਨਾਲ, ਕੋਆਰਡੀਨੇਸ਼ਨ ਦੇ ਨਾਲ। ਸੋ ਇਸ ਕਰਕੇ ਇਹ ਇੱਕ ਗਰੁੱਪ ਐਕਟੀਵਿਟੀ ਹੈ। ਪੰਜਵਾਂ ਪੁਆਇੰਟ ਹੈ ਜੀ ਮੈਨੇਜਮੈਂਟ ਇਜ਼ ਡਾਇਨਾਮਿਕ। ਮੈਨੇਜਮੈਂਟ ਇਜ਼ ਡਾਇਨਾਮਿਕ ਦਾ ਮਤਲਬ ਹੈ, ਡਾਇਨਾਮਿਕ ਦਾ ਮਤਲਬ ਹੁੰਦਾ ਜਿਹੜੀ ਚੀਜ਼ ਆਪਣੇ ਆਪ ਨੂੰ ਚੇਂਜ ਕਰ ਲਵੇ ਸਮੇਂ ਦੇ ਮੁਤਾਬਿਕ। ਯਾਨੀ ਜੋ ਚੇਂਜਸ ਮਾਰਕੀਟ ਦੇ ਵਿੱਚ ਹੋ ਰਹੀਆਂ ਵਾ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਬਦਲਣਾ, ਚੇਂਜ ਕਰਨਾ, ਉਹਨੂੰ ਆਪਾਂ ਡਾਇਨਾਮਿਕ ਕਹਾਂਗੇ। ਹੁਣ ਇੱਕ ਜੇ ਆਪਾਂ ਮੈਨੇਜਮੈਂਟ ਦੀ ਗੱਲ ਕਰੀਏ, ਜੇਕਰ ਇੱਕ ਇਫੈਕਟਿਵ ਜਾਂ ਐਫੀਸ਼ੀਐਂਟ ਮੈਨੇਜਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਆ ਕਿ ਇਹੋ ਜਿਹੀ ਮੈਨੇਜਮੈਂਟ ਜਿਹੜੀ ਆਪਣੇ ਬਿਜ਼ਨਸ ਇਨਵਾਇਰਮੈਂਟ ਦੇ ਚੇਂਜ ਹੋਣ ਦੇ ਆਪਣੇ ਆਪ ਨੂੰ ਚੇਂਜ ਕਰਦੀ ਹੈ ਜਾਂ ਆਪਣੇ ਆਪ ਨੂੰ ਉਸ ਸਿਚੁਏਸ਼ਨ ਦੇ ਮੁਤਾਬਿਕ ਅਡੈਪਟ ਕਰ ਲੈਂਦੀ ਆ। ਜਿਵੇਂ ਆਬਜੈਕਟਿਵ ਚੇਂਜ ਹੋਇਆ ਜਾਂ ਪੋਲਿਸੀਜ਼ ਚੇਂਜ ਹੋਈਆਂ ਜਾਂ ਬਜਟ ਦੇ ਵਿੱਚ ਕੁਛ ਨਵਾਂ ਆ ਗਿਆ ਜਾਂ ਕੋਈ ਟੈਕਸਿਸ ਵਗੈਰਾ ਨਵੇਂ ਲੱਗੇ ਆ ਜਾਂ ਕੋਈ ਹੋਰ ਪੋਲਿਸੀਜ਼ ਗਵਰਨਮੈਂਟ ਨੇ ਨਵੀਆਂ ਬਣਾ ਦਿੱਤੀਆਂ। ਸੋ ਜਦੋਂ ਵੀ ਕੁਛ ਨਵਾਂ
ਬਿਜ਼ਨਸ ਇਨਵਾਇਰਨਮੈਂਟ ਦੇ ਵਿੱਚ ਹੁੰਦਾ ਹੈ, ਤਾਂ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਟਾਰਗੇਟ ਤੱਕ ਪਹੁੰਚਣਾ ਚਾਹੁੰਦੇ ਹੋ, ਟਾਰਗੇਟ ਅਚੀਵ ਕਰਨਾ ਚਾਹੁੰਦੇ ਹੋ। ਇਸ ਕਰਕੇ ਇਹ ਇੱਕ ਡਾਇਨਾਮਿਕ ਪ੍ਰੋਸੈਸ ਹੈ ਜਿਹਦੇ ਵਿੱਚ ਤੁਹਾਨੂੰ ਕੰਟੀਨਿਊਸਲੀ ਚੇਂਜ ਕਰਨਾ ਪੈਂਦਾ ਹੈ ਬਿਜ਼ਨਸ ਇਨਵਾਇਰਨਮੈਂਟ ਦੇ ਅਕੋਰਡਿੰਗ, ਅਤੇ ਸਿਚੁਏਸ਼ਨ ਦੇ ਮੁਤਾਬਿਕ ਆਪਣੇ ਆਪ ਨੂੰ ਅਡੈਪਟ ਕਰਨਾ ਪੈਂਦਾ। 6ਵਾਂ ਪੁਆਇੰਟ ਹੈ ਜੀ ਮੈਨੇਜਮੈਂਟ ਇਜ਼ ਇੰਟੈਂਜੀਬਲ। ਮੈਨੇਜਮੈਂਟ ਇਜ਼ ਇੰਟੈਂਜੀਬਲ ਦਾ ਮਤਲਬ ਹੈ ਮੈਨੇਜਮੈਂਟ ਦੀ ਕੋਈ ਵੀ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੁੰਦੀ, ਉਹਨੂੰ ਅਸੀਂ ਦੇਖ ਨਹੀਂ ਸਕਦੇ, ਇਹਨੂੰ ਜਸਟ ਫੀਲ ਕਰ ਸਕਦੇ ਹਾਂ ਇਹਨਾਂ ਦੇ ਰਿਜ਼ਲਟ ਤੋਂ। ਕਿਉਂਕਿ ਜਦੋਂ ਆਪਾਂ ਕੋਈ ਕੰਪਨੀ ਦਾ ਕੋਈ ਟਾਰਗੇਟ ਅਚੀਵ ਕਰਦੇ ਹਾਂ ਅਤੇ ਉਦੋਂ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਮੈਨੇਜਮੈਂਟ ਬਹੁਤ ਐਫੀਸ਼ੀਐਂਟ ਹੈ, ਬੜੇ ਇਫੈਕਟਿਵ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕੀਤਾ, ਇਸੇ ਕਰਕੇ ਉਹਨਾਂ ਨੇ ਟਾਰਗੇਟ ਅਚੀਵ ਕੀਤਾ। ਸੋ ਇਹ ਉਹ ਚੀਜ਼ ਹੈ ਜਿਹਨੂੰ ਅਸੀਂ ਸਿਰਫ ਫੀਲ ਕਰ ਸਕਦੇ ਹਾਂ, ਵੇਖ ਨਹੀਂ ਸਕਦੇ। ਨੈਕਸਟ ਪੁਆਇੰਟ ਹੈ ਜੀ ਮੈਨੇਜਮੈਂਟ ਇਜ਼ ਅ ਕੰਪੋਜ਼ਿਟ ਪ੍ਰੋਸੈਸ। ਮੈਨੇਜਮੈਂਟ ਇੱਕ ਕੰਪੋਜ਼ਿਟ ਪ੍ਰੋਸੈਸ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨਸ ਜਿਹੜੇ ਆ ਉਹ ਇੱਕ ਦੂਸਰੇ ਦੇ ਨਾਲ ਇੰਟਰ ਰਿਲੇਟਡ ਹੁੰਦੇ ਆ। ਜਿਵੇਂ ਆਪਾਂ ਫੰਕਸ਼ਨਸ ਦੀ ਗੱਲ ਕੀਤੀ ਮੈਨੇਜਮੈਂਟ ਦੇ, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ, ਇਹ ਸਾਰੇ ਫੰਕਸ਼ਨ ਇੱਕ ਦੂਸਰੇ ਦੇ ਨਾਲ ਇੰਟਰ ਰਿਲੇਟਡ ਆ। ਬਹੁਤ ਸਾਰੀ ਚੀਜ਼ਾਂ ਦੇ ਵਿੱਚ ਆਪ ਕਹਿ ਲਓ ਕਿ ਇੱਕ ਦੂਸਰੇ ਦੇ ਨਾਲ ਇੰਟਰ ਰਿਲੇਟਡ ਹੁੰਦੀਆਂ, ਇਸੇ ਕਰਕੇ ਇਸ ਚੀਜ਼ ਨੂੰ ਕੰਪੋਜ਼ਿਟ ਕਿਹਾ ਜਾਂਦਾ, ਜਿਹਦੇ ਵਿੱਚ ਕਈ ਚੀਜ਼ਾਂ ਰਿਲੇਸ਼ਨਸ਼ਿਪ ਦੇ ਵਿੱਚ ਮਿਕਸ ਹੋਈਆਂ, ਜਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਬਹੁਤ ਸਾਰੇ ਫੰਕਸ਼ਨਸ ਜਿਹੜੇ ਆ ਉਹ ਉਹਨਾਂ ਨੂੰ ਇਕੱਠਿਆਂ ਲੈ ਕੇ ਜਿਹੜਾ ਚੱਲ ਰਹੇ ਆ। ਨੈਕਸਟ ਜਿਹੜਾ ਆਪਣਾ ਫੀਚਰ ਆ ਜਾਂਦਾ ਹੈ ਮੈਨੇਜਮੈਂਟ ਦਾ, ਉਹ ਹੈ ਜੀ ਮੈਨੇਜਮੈਂਟ ਇਜ਼ ਮਲਟੀ ਡਿਸਿਪਲਿਨਰੀ। ਮਲਟੀ ਡਿਸਿਪਲਿਨਰੀ ਦਾ ਮਤਲਬ ਹੈ, ਡਿਸਿਪਲਿਨਰੀ ਦਾ ਮਤਲਬ ਮੈਂ ਤੁਹਾਨੂੰ ਕੱਲ੍ਹ ਸਮਝਾਇਆ ਸੀਗਾ ਵੀ ਜਿਵੇਂ ਆਪਾਂ ਕੱਲ੍ਹ ਕੰਸੈਪਟ ਦੇ ਵਿੱਚ ਕੀਤਾ ਪਿਛਲੇ ਲੈਕਚਰ ਦੇ ਵਿੱਚ ਕਿ ਮੈਨੇਜਮੈਂਟ ਇੱਕ ਡਿਸਿਪਲਿਨ ਦੇ ਤੌਰ 'ਤੇ ਉਹਨੂੰ ਆਪਾਂ ਕੀ ਕਹਾਂਗੇ। ਡਿਸਿਪਲਿਨ ਦਾ ਮਤਲਬ ਹੈ ਉਹਨੂੰ ਇੱਕ ਸਬਜੈਕਟ ਦੇ ਤੌਰ 'ਤੇ ਜਦੋਂ ਆਪਾਂ ਪੜ੍ਹਦੇ ਹਾਂ ਉਸ ਚੀਜ਼ ਨੂੰ ਡਿਸਿਪਲਿਨ ਕਿਹਾ ਜਾਂਦਾ। ਸੋ ਇਹਦੇ ਵਿੱਚ ਬਹੁਤ ਸਾਰੇ ਸਬਜੈਕਟਸ ਜਿਹੜੇ ਆ, ਮਲਟੀ ਡਿਸਪਲਿਨਰੀ ਦਾ ਮਤਲਬ ਹੈ ਜਿਹਦੇ ਵਿੱਚ ਇੱਕ ਤਰ੍ਹਾਂ ਦੇ ਨਹੀਂ, ਬਹੁਤ ਸਾਰੇ ਤਰ੍ਹਾਂ ਦੇ ਸਬਜੈਕਟ ਜਿਹੜੇ ਸਾਨੂੰ ਪੜ੍ਹਨ ਨੂੰ ਮਿਲਦੇ ਆ, ਬਹੁਤ ਸਾਰੇ ਤਰ੍ਹਾਂ ਦੇ ਸਾਨੂੰ ਮਟੀਰੀਅਲ ਪੜ੍ਹਨ ਨੂੰ ਮਿਲਦਾ। ਸੋ ਇੱਕ ਮੈਨੇਜਮੈਂਟ ਵਾਸਤੇ ਬਹੁਤ ਸਾਰੇ ਕੰਸੈਪਟ, ਬਹੁਤ ਸਾਰੇ ਲਾਜ਼, ਬਹੁਤ ਸਾਰੀਆਂ ਥਿਊਰੀਜ਼ ਜਿਹੜੀਆਂ ਉਹ ਲਗਾਤਾਰ ਪੜ੍ਹਨੀਆਂ ਪੈਂਦੀਆਂ, ਉਹਨਾਂ ਨੂੰ ਸਟੱਡੀ ਕਰਨਾ ਪੈਂਦਾ। ਜਿਵੇਂ ਇਕਨੋਮਿਕਸ, ਸਾਈਕੋਲੋਜੀ, ਸੋਸ਼ੀਓਲੋਜੀ, ਐਂਥਰੋਪੋਲੋਜੀ, ਯਾਨੀ ਬਹੁਤ ਸਾਰੇ ਸਬਜੈਕਟ ਹੈ ਇਹੋ ਜਿਹੇ। ਜਿਵੇਂ ਇਹਦੇ ਵਿੱਚ ਬਾਕੀ ਦੇ ਚਲੋ ਸਬਜੈਕਟ ਬੜੇ ਆਸਾਨ ਨੇ। ਐਂਥਰੋਪੋਲੋਜੀ ਦਾ ਮਤਲਬ ਹੈ ਕਿ ਹਿਊਮਨ ਰਿਸੋਰਸ ਬਾਰੇ, ਹਿਊਮਨਸ ਬਾਰੇ ਬਿਲਕੁਲ ਡਿਟੇਲ ਦੇ ਵਿੱਚ ਪੜ੍ਹਨਾ ਕਿ ਹਿਊਮਨਸ ਦੀ ਸ਼ੁਰੂਆਤ ਕਿਵੇਂ ਹੋਈ ਆ, ਉਹਨਾਂ ਦੇ ਬਲੀਫ ਕੀ ਨੇ, ਉਹਨਾਂ ਦੇ ਕਸਟਮਸ ਕੀ ਨੇ, ਇਹ ਸਾਰੀਆਂ ਚੀਜ਼ਾਂ ਆਪਾਂ ਐਂਥਰੋਪੋਲੋਜੀ ਦੇ ਵਿੱਚ ਪੜ੍ਹਦੇ ਹਾਂ। ਸੋ ਇਹ ਚੀਜ਼ਾਂ ਵੀ ਪੜ੍ਹਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ, ਇਸ ਕਰਕੇ ਇਹਦੇ ਵਿੱਚ ਕਈ ਤਰ੍ਹਾਂ ਦੇ ਸਬਜੈਕਟ ਜਿਹੜੇ ਆ ਪੜ੍ਹਨੇ ਪੈਂਦੇ ਆ, ਇਸ ਕਰਕੇ ਇਹਨੂੰ ਮਲਟੀ ਡਿਸਪਲਿਨਰੀ ਕਿਹਾ ਗਿਆ। ਨੈਕਸਟ ਜਿਹੜਾ ਆਪਣਾ ਇਹਦੇ ਵਿੱਚ ਫੀਚਰ ਹੈ ਜੀ ਮੈਨੇਜਮੈਂਟ ਇਜ਼ ਏ ਸਿਸਟਮ ਆਫ ਅਥਾਰਟੀ। ਮੈਨੇਜਮੈਂਟ ਇੱਕ ਸਿਸਟਮ ਆਫ ਅਥਾਰਟੀ ਹੈ ਕਿਉਂਕਿ ਇਹਦੇ ਵਿੱਚ ਹਰ ਇੱਕ ਕੰਮ ਅਥਾਰਟੀ ਦੇ ਨਾਲ ਕੀਤਾ ਜਾਂਦਾ। ਅਥਾਰਟੀ ਕੀ ਹੈ ਜੀ? ਇੱਕ ਪਾਵਰ ਆ। ਅਥਾਰਟੀ ਇਜ਼ ਦਾ ਪਾਵਰ ਟੂ ਗਿਵ ਆਰਡਰਸ ਦੇਣ ਦੀ ਪਾਵਰ। ਅਤੇ ਜੇਕਰ ਕਿਸੇ ਮੈਨੇਜਮੈਂਟ ਦੇ ਵਿੱਚ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਅਥਾਰਟੀ ਨਾ ਹੋਵੇ ਤਾਂ ਉਹ ਗੋਲ ਅਚੀਵ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉੱਥੇ ਫਿਰ ਹਰ ਇੱਕ ਬੰਦਾ ਆਪਣੀ ਮਰਜ਼ੀ ਕਰਦਾ। ਇਸ ਕਰਕੇ ਜਦੋਂ ਅਥਾਰਟੀ ਨਹੀਂ ਹੋਊਗੀ ਉਹ ਮੈਨੇਜਮੈਂਟ ਫੇਲ ਹੋ ਜਾਏਗੀ। ਇਸ ਕਰਕੇ ਮੈਨੇਜਮੈਂਟ ਦੇ ਵਿੱਚ ਅਥਾਰਟੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਦੇ ਕੋਲ ਪਾਵਰ ਹੋਵੇ ਕਿ ਉਹ ਆਪਣੇ ਐਮਪਲੋਈਜ਼ ਨੂੰ, ਆਪਣੇ ਸਬਆਰਡੀਨੇਟਸ ਨੂੰ ਆਰਡਰ ਦੇ ਸਕੇ, ਉਹਨਾਂ ਨੂੰ ਗਾਈਡ ਕਰ ਸਕੇ। 10ਵਾਂ ਜਿਹੜਾ ਫੀਚਰ ਹੈ, ਨੈਕਸਟ ਫੀਚਰ, ਮੈਨੇਜਮੈਂਟ ਇਜ਼ ਨੀਡਿਡ ਐਟ ਆਲ ਲੈਵਲ, ਜਿਹਨੂੰ ਆਪਾਂ ਕਹਿੰਦੇ ਹਾਂ ਪਰਵੈਸਿਵ ਫੰਕਸ਼ਨ ਹੈ ਵੀ ਹਰ ਇੱਕ ਲੈਵਲ 'ਤੇ। ਹੁਣ ਉਹ ਲੈਵਲ ਕਿਹੜੇ ਨੇ, ਕਿਹਨਾਂ ਦੀ ਗੱਲ ਕੀਤੀ ਜਾ ਰਹੀ ਹੈ, ਇਹ ਆਉਣ ਵਾਲੇ ਲੈਕਚਰ ਦੇ ਵਿੱਚ ਆਪਾਂ ਪੜਾਂਗੇ, ਲੇਕਿਨ ਤੁਹਾਨੂੰ ਮੈਂ ਬਰੀਫ ਦੇ ਵਿੱਚ ਦੱਸਦਾ ਕਿ ਆਪਣੇ ਕੋਲ 3 ਲੈਵਲ ਨੇ, ਟੌਪ ਲੈਵਲ, ਮਿਡਲ ਲੈਵਲ ਅਤੇ ਇੱਕ ਲਾਸਟ ਵਾਲਾ ਲੋਅਰ ਲੈਵਲ। ਟੌਪ ਲੈਵਲ ਦੇ ਵਿੱਚ ਕੌਣ ਹੋਣਗੇ? ਜਿਹੜੇ ਕਿ ਆਪਣੇ ਕੰਪਨੀ ਦੇ ਐਗਜ਼ੀਕਟਿਵ ਨੇ, ਜਿਹੜੇ ਆਪਣੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਨੇ, ਉਹ ਸਾਰੇ ਦੇ ਸਾਰੇ ਟੌਪ ਲੈਵਲ ਦੇ ਵਿੱਚ ਆਉਣਗੇ। ਮਿਡਲ ਲੈਵਲ ਦੇ ਵਿੱਚ ਕੌਣ ਹੋਣਗੇ? ਮਿਡਲ ਲੈਵਲ ਦੇ ਵਿੱਚ ਜਿਹੜੇ ਆਪਣੇ ਡਿਪਾਰਟਮੈਂਟਲ ਹੈਡਸ ਨੇ ਉਹ ਸਾਰੇ ਦੇ ਸਾਰੇ ਮਿਡਲ ਲੈਵਲ ਦੇ ਵਿੱਚ ਆਉਣਗੇ। ਲੋਅਰ ਲੈਵਲ ਦੇ ਵਿੱਚ ਕੌਣ ਆਉਣਗੇ? ਲੋਅਰ ਲੈਵਲ ਦੇ ਵਿੱਚ ਆਪਣੇ ਸੁਪਰਵਾਈਜ਼ਰਸ, ਆਪਣੇ ਆਪਰੇਟਰ, ਆਪਣੇ ਫੋਰਮੈਨ, ਆਪਣੀ ਜਿਹੜੀ ਬਾਕੀ ਵਰਕਫੋਰਸ ਹੈ ਸਾਰੀ ਦੀ ਸਾਰੀ ਜਿਹੜੀ ਐਕਚੁਅਲ ਦੇ ਵਿੱਚ ਕੰਮ ਕਰਨ ਵਾਲੀ ਉਹ ਲੋਅਰ ਲੈਵਲ ਦੇ ਵਿੱਚ ਆਏਗੀ। ਸੋ ਇਹ 3 ਲੈਵਲ ਨੇ, ਇਸ ਕਰਕੇ ਹਰ ਇੱਕ ਲੈਵਲ 'ਤੇ ਆਪਾਂ ਨੂੰ, ਹਰ ਇੱਕ ਲੈਵਲ 'ਤੇ ਹਰ ਇੱਕ ਮੈਨੇਜਮੈਂਟ ਨੂੰ, ਇਹ ਕਹਿ ਲਓ ਹਰ ਇੱਕ ਆਰਗੇਨਾਈਜੇਸ਼ਨ ਨੂੰ ਮੈਨੇਜਮੈਂਟ ਦੀ ਜਿਹੜੀ ਹੈ ਲੋੜ ਪੈਂਦੀ ਹੈ। ਇਸ ਕਰਕੇ ਮੈਨੇਜਮੈਂਟ ਇਜ਼ ਨੀਡਿਡ ਐਟ ਆਲ ਲੈਵਲ, ਵੀ ਹਰ ਇੱਕ ਲੈਵਲ 'ਤੇ ਜ਼ਰੂਰਤ ਪੈਂਦੀ ਹੈ। 11ਵਾਂ ਹੈ ਜੀ ਐਮਰਜੈਂਸ ਆਫ ਮੈਨੇਜਮੈਂਟ ਐਜ਼ ਏ ਪ੍ਰੋਫੈਸ਼ਨ। ਐਜ਼ ਏ ਪ੍ਰੋਫੈਸ਼ਨ ਸੇਮ ਡਿਸਪਲਿਨਰੀ ਵਾਲਾ ਪੁਆਇੰਟ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਮੈਨੇਜਮੈਂਟ ਨੂੰ ਆਪਾਂ ਇੱਕ ਪ੍ਰੋਫੈਸ਼ਨ ਦੀ ਤਰ੍ਹਾਂ ਹੁਣ ਅੱਜ ਕੱਲ੍ਹ ਲੈ ਕੇ ਚੱਲ ਰਹੇ ਹਾਂ,
क्योंकि उन्होंने एक प्रोफैशन मनिया जाता है, क्योंकि वो बहुत सारिया लॉज बहुत सारिया थ्योरीज जड़ियाँ बच्चों को कॉलेजेस यूनीवर्सिटीज़ पढ़ाई जांदियां, उन्होंने एक प्रोफैशनल मैनेजर बनाया जाता, उन्होंने ट्रेंड किया जाता है, इस करके ये एक प्रोफैशन आ। नैक्सट पॉइंट है जी ਇਹਦਾ मैनेजमेंट इज़ अ सोशल प्रोसैस। मैं ਤੁਹਾਨੂੰ पिछले लैक्चर भी दसिया सीगा कि जो सोशल वर्ड आ गया, मतलब किते ना किते आप ह्यूमन रिसोर्स के नाल डील कर रहे हैं। सो जिथे भी आप ह्यूमन रिसोर्स के नाल डील करते हैं, किसी भी परसन के नाल डील करते हैं, उत्थे फिर वो प्रोसैस सोशल प्रोसैस के तौर पर जानिया जाता है, क्योंकि इत्थे आप कई तरह दीयां चीज़ां जिहड़ियां मैनेज करनियां पैंदियां। ह्यूमन बिहेवियर नूं समझना पैंदा, ह्यूमन बिहेवियर नूं कंट्रोल करना पैंदा, ह्यूमन बिहेवियर नूं डायरैक्ट करना पैंदा, अपने सबऑर्डिनेट नूं गल समझाउणी पैंदी है। इस करके आपां जदों किसी भी ये कह लो भी ह्यूमन बींग्स दे नाल डील करते हैं, तो वो एक सोशल प्रोसैस ही हुंदा है। नैक्सट पॉइंट है जी अपना मैनेजमेंट इज़ ए यूनीफाइंग फोर्स। मैनेजमेंट यूनीफाइंग फोर्स का मतलब है जिहदे विच आपां बहुत सारे रिसोर्सिज इंटीग्रेट किए हैं, इकट्ठे किए हैं, जिहदे विच ह्यूमन रिसोर्स भी आएगा, फिजिकल रिसोर्सिज भी आउणगे, जिवें अपना इंफ्रास्ट्रक्चर है, जिवें अपना फाइनैंस है, जिवें अपना ह्यूमन रिसोर्स है, आपां सारिਆਂ ਨੂੰ इकट्ठा किया ऑर्गेनाइजेशन वास्ते, ऑर्गेनाइजेशन का गोल अचीव करने के लिए। इस करके इनू एक यूनीफाइंग फोर्स किया गया। नैक्सट पॉइंट है मैनेजमेंट इज़ आर्ट एज वैल एज साइंस। बहुत इंपॉर्टेंट टॉपिक है, ये आप डिटेल दे विच अगे लवांगे। मैनेजमेंट को एक आर्ट भी मन्निया गया कि एक स्किल है, एक आर्ट है, एक कला है, तो उन्होंने एक साइंस भी मन्निया गया। हुण जेकर आप साइंस की गल करिए तो साइंस के जिमें आपां नूं बहुत सारिया लॉज थ्योरीज पढ़निया पैंदियां, मैनेजमेंट के भी पढ़निया पैंदियां, इस करके उन्होंने साइंस किया गया। दूसरा है जी, लेकिन बहुत सारिया लॉज थ्योरीज जिहड़ियां साइंस के आप पढ़ते हैं, मैनेजमेंट के जिहड़ियां आप पढ़ते हैं, वो इंडिविजुअल नॉलेज के उपर बेस्ड होंदियां। कहने का मतलब किते ना किते हर एक इंडिविजुअल दूसरे नालों अलग है, उसकी नॉलेज अलग है, उसका स्किल्स अलग ने, उसके एक्सपीरियंस अलग आ। चाहे इक्के क्लास के स्टूडेंट नूं जेकर आप कंपेयर करना चाहिए तो क्लास के विच भी आपां नूं बहुत सारे स्टूडेंट इहो जिहे मिलणगे जिन्हां दी नॉलेज भी अलग होगी, एक्सपीरियंस भी अलग होगा, स्किल्स भी अलग होणगे। हर एक बंदा एक अलग अलग चीज़ दे विच माहिर होएगा। सो ਇਹਦੇ ਵਿੱਚ भी इदां ही देखा जाता है कि जदों आपां मैनेजमेंट की गल करते हैं, सो मैनेजमेंट दे विच नॉलेज मैटर करती है, एक्सपीरियंस मैटर करता है, स्किल मैटर करता है। इस करके वो एक आर्ट भी है। तो आप कह सकते हैं कंक्लूजन दे विच कि मैनेजमेंट एक आर्ट भी है, एक कला भी है, तो एक साइंस भी है, क्योंकि वो आप लॉज एंड थ्योरीज भी पढ़ रहे हैं। नैक्सट फंक्शन है जी इसका, नैक्सट फीचर है जी इसका मैनेजमेंट अ मल्टी डायमैंशनल प्रोसैस। मल्टी डायमैंशनल प्रोसैस का मतलब आ जिहदे विच रिसोर्सिज ह्यूमन एफर्ट्स एक्टिविटीज़ नूं इस तरीके दे नाल मैनेज किया जाता है कि ऑर्गेनाइजेशनल गोल अचीव हो सके। यानी वो कई डायमैंशनस ने भी आप कित्थे किहड़े डायमैंशन दे विच की करना है, किहड़े लैवल ते की काम करना है। सो ये सारे दे सारे फंक्शनस जदों आप इकट्ठा करते हैं या उन्हां दे विच एक तालमेल बनाउण दी कोशिश करते हैं, क्योंकि ये अलग अलग प्रोसैस आ, एक स्टैप बाय स्टैप एक्टिविटी है। इस करके इनू मल्टी डायमैंशनल कहा गया कि स्टैप बाय स्टैप हर एक काम करना पैंदा है। सो इस करके इनू मल्टी डायमैंशनल प्रोसैस जिहड़ा आपां कह सकते हैं। लास्ट पॉइंट है द मैनेजमेंट एंड आर्ट ऑफ एस्टैबलिशिंग बैलेंस बिटवीन इफेक्टिवनैस एंड एफिशिएंसी। मैनेजमेंट इफेक्टिवनैस ते एफिशिएंसी दे विच एक तालमेल बना के रखती है। हुण मैं एफिशिएंसी ते इफेक्टिवनैस नूं क्लीयर करदा। इफेक्टिवनैस का मतलब हुंदा जदों कोई भी काम असीं अपने ऑर्गेनाइजेशन दे विच इन टाइम खत्म करते हैं, उन्होंने इफेक्टिवनैस कहा जाता है। तो एफिशिएंसी का मतलब की है जी, जदों आपां किसी भी ऑब्जैक्टिव नूं लोवेस्ट पॉसीबल कॉस्ट के उपर करते हैं, कहने का मतलब अपना खर्चा जिन्ना मिनिमम हो सकता है उन्ना रख के करते हैं, तो उन्होंने आपां एफिशिएंसी कहते हैं। सो ये दोनों ही बड़िया जरूरी है, क्योंकि जेकर आपां किसी भी काम नूं जेकर असीं किसी भी काम नूं जल्दी करने की कोशिश करिए तो किते ना किते आपां क्वालिटी दे नाल जिहड़ा है उहदा ध्यान नहीं रखते, क्योंकि क्वालिटी मेनटेन नहीं की जाती। सो इह आपां क्वालिटी भी मेनटेन करनी है, अपना काम भी जिहड़ा इफेक्टिव तरीके दे नाल करना है। इस करके इन्हां दे विच एक रिलेशन होना चाहिए। आपां ये नहीं है कि जल्दी खत्म करने के चक्कर दे विच आपां क्वालिटी जिहड़ी घटा लीए। सो इस करके क्वालिटी भी मेनटेन करनी है, प्लस अपनी कॉस्ट भी घटाउणी है, तो अपना स्टैंडर्ड भी मेनटेन करके रखना है। सो ये एक कह सकते हैं कि एक रिलेशन होना चाहिए है, एक ये बैलेंस होना चाहिए जिहदे थ्रू तुसीं इफेक्टिवनैस ते एफिशिएंसी नूं दोनों नूं नाल लैके चलदे हो। सो ये सी फीचर्स
ਜਿਹੜੇ ਮੈਨੇਜਮੈਂਟ ਦੇ ਆਪਾਂ ਪੜ੍ਹੇ 16 ਫੀਚਰਸ, ਵੈਸੇ ਤਾਂ ਪੇਪਰ ਦੇ ਵਿੱਚ ਪੂਰੇ ਦੇ ਪੂਰੇ ਲਿਖਣੇ ਜ਼ਰੂਰੀ ਨਹੀਂ ਹੈ, ਲੇਕਿਨ ਮੈਂ ਸਮਝਾ ਦਿੱਤੇ ਕਿ ਜੇਕਰ ਤੁਹਾਨੂੰ ਕੋਈ ਵੀ ਪੁਆਇੰਟ ਸੌਖਾ ਲੱਗਦਾ ਹੈ ਤਾਂ ਤੁਸੀਂ ਉਹ ਪੁਆਇੰਟ ਜਿਹੜਾ ਐਗਜ਼ਾਮ ਦੇ ਵਿੱਚ ਜਿਹੜਾ ਲਿਖ ਸਕਦੇ ਹੋ। ਵੈਸੇ ਜੇ ਮੈਂ ਤੁਹਾਨੂੰ ਸਲਾਹ ਦੇਵਾਂ ਤਾਂ ਗਿਣਤੀ ਦੇ 7 ਤੋਂ 8 ਪੁਆਇੰਟ ਯਾਦ ਕਰਕੇ ਰੱਖੋ। 7 ਤੋਂ 8 ਪੁਆਇੰਟ ਮੈਨੇਜਮੈਂਟ ਵਾਸਤੇ ਸਫੀਸ਼ੀਐਂਟ ਨੇ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਟੌਪਿਕ ਬੜੇ ਅੱਛੇ ਤਰੀਕੇ ਦੇ ਨਾਲ ਸਮਝ ਲੱਗੀ ਹੋਏਗੀ। ਜੇਕਰ ਤੁਹਾਨੂੰ ਟੌਪਿਕ ਚੰਗਾ ਲੱਗਾ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓਜ਼ ਦੇ ਵਿੱਚ।